ਭਾਵੇਂ ਡਾਕਟਰ ਕਹਿੰਦਾ ਹੋਏ ਕਿ ਬੈੱਡ ਰੈਸਟ ਕਰ ਲਓ, ਲੇਕਿਨ ਬੈੱਡ ਰੈਸਟ ਮਨਜ਼ੂਰ ਨਹੀਂ ਹੈ, ਸੰਘਰਸ਼ ਮਨਜ਼ੂਰ ਹੈ। ਸ਼ਹੀਦ ਆਜਮ ਭਗਤ ਸਿੰਘ ਦੇ, ਹਰੀ ਸਿੰਘ ਨਲਵਾ ਦੇ, ਸ਼ੇਰੇ ਪੰਜਾਬ ਮਹਾਰਾਣਾ ਰਣਜੀਤ ਸਿੰਘ ਦੇ ਵਾਰਸ ਹੈਗੇ ਆ। ਐਵੇਂ ਬਹਿਣ ਵਾਲੇ ਨਹੀਂ ਜਿੰਨਾ ਚਿਰ ਸਾਡਾ ਸੰਘਰਸ਼ ਜਾਰੀ ਹੈ। ਬਿਲਕੁਲ ਕੋਈ ਦਵਾਈ ਨਹੀਂ ਖਾਣੀ, ਕੋਈ ਕੁਝ ਨਹੀਂ ਖਾਣਾ, ਆਰਾਮ ਆਉਣਾ ਹੈਗਾ ਆ ਜਾਏਗਾ। ਡਾਕਟਰਾਂ ਨੇ ਜੋ ਮੇਰੇ ਨਾਲ ਹਰਾਸਮੈਂਟ ਉਹਦੇ ਹਸਪੀਟਲ ਦੇ ਵਿੱਚ ਕੀਤੀ ਕਿ ਉਹ ਦੱਸਣ ਯੋਗ ਨਹੀਂ ਹੈਗੀ, ਕਿਉਂਕਿ ਬਿਨਾਂ ਸੁਣ ਕੀਤੇ ਸਟੀਚਿੰਗ ਕੀਤੀ ਗਈ, ਬਿਨਾਂ ਸੁਣ ਕੀਤੇ ਹੀ ਸਾਰੇ ਕੰਮ ਕੀਤੇ ਗਏ। ਮਤਲਬ ਕਿ ਇੱਕ ਜਿਵੇਂ ਬੋਰੀ ਸੋਈ ਦੀ ਬੋਰੀ ਵਾਲਾ ਕੰਮ ਮੇਰੇ ਨਾਲ ਹੋਇਆ। ਕਿ ਸਰਕਾਰ ਦਾ ਇੰਨਾ ਪ੍ਰੈਸ਼ਰ ਸੀ, ਮੰਨ ਲਿਆ ਕਿ ਗੁੰਡਾਗਰਦੀ ਪ੍ਰਸ਼ਾਸਨ ਨੇ ਵਿਖਾਈ ਸੀ, ਡਾਕਟਰਾਂ ਦੀ ਕਾਹਦੀ ਗੁੰਡਾਗਰਦੀ ਸੀ। ਕੋਈ ਚੱਜ ਨਾਲ ਟ੍ਰੀਟਮੈਂਟ ਕੀਤਾ। ਮੇਰੀ MLR ਕੱਟੀ ਹੈ, MLR ਦੇ ਵਿੱਚ ਨਾ ਮੇਰੀ ਬਾਜੂ ਦਾ ਜਿਹੜਾ ਮਾਸ ਫਟਿਆ ਨਾ ਉਹ ਵਿਖਾਇਆ, ਮੇਰੇ ਸ਼ੋਲਡਰ ਤੇ ਸੱਟਾਂ ਵੱਜੀਆਂ ਨੇ। ਪਹਿਲੀ ਗੱਲ ਤੇ ਪੂਰੀ ਬੋਡੀ ਤੇ ਹੈ, ਪ੍ਰਾਈਵੇਟ ਪਾਰਟਸ ਦੇ ਉੱਤੇ ਬੂਟ ਮਾਰੇ ਹੋਏ ਨੇ, ਨੀਲ ਪਏ ਨੇ, ਉਹ ਨਹੀਂ ਵਿਖਾਏ। ਅੰਦਰ ਬਾਥਰੂਮ ਜਾਣਾ ਵਾ, 2 ਗਾਰਡ ਨਾਲ ਹੁੰਦੇ ਨੇ, ਬਾਥਰੂਮ ਤੋਂ ਬਾਹਰ ਆਉਣਾ 2 ਗਾਰਡ ਬਾਹਰ ਹੁੰਦੇ ਨੇ। ਇਹ ਕੋਈ ਤਰੀਕਾ ਨਹੀਂ ਹੈਗਾ। ਇੱਕ ਬਜ਼ੁਰਗ ਹੈਗਾ ਆ, ਉਹਨੂੰ ਭਜਾ ਰਹੇ ਨੇ, ਉਹ ਪੈਲੀ ਦੇ ਵਿੱਚ ਭੱਜ ਰਿਹਾ। ਅਗਰ ਉਹਦੇ ਹੱਥ 'ਚ ਅੱਗੇ ਕਹੀ ਆ ਗਈ ਤੇ ਉਹਨੇ ਕਹੀ ਵਾਪਸ ਲੈ ਕੇ ਭੱਜਿਆ ਤੇ ਉਹਦੇ ਵਿੱਚ ਵਾਰ ਕਾਦਾ ਹੋ ਗਿਆ। ਪਹਿਲਾਂ ਤੁਸੀਂ ਵਾਰ ਕੀਤਾ ਤੇ ਅਗਲਾ ਫਿਰ ਤੁਹਾਨੂੰ ਫੁੱਲਾਂ ਦੀਆਂ ਮਾਲਾ ਥੋੜੀ ਪਾਏਗਾ। ਤੁਸੀਂ ਵਰਦੀਆਂ ਪਾਈਆਂ, ਸਰਕਾਰੀ ਵਰਦੀ ਤੇ ਤੁਸੀਂ ਫਾਇਦਾ ਚੁੱਕਦੇ ਪਏ ਹੋ। ਇਹ ਮੁਆਵਜ਼ੇ ਦੀ ਗੱਲ ਕਰਦੇ ਨੇ, ਅਸੀਂ 2 ਲੱਖ ਮੁਆਵਜ਼ਾ ਦਾਂਗੇ। ਮੇਰੇ ਤੋਂ 10 ਡਾਂਗਾ ਖਾ ਲੈ, ਮੈਂ 5 ਲੱਖ ਦੇਣ ਨੂੰ ਤਿਆਰ ਹਾਂ। ਖਾ ਲੈਣਗੇ, ਆਪਣੀ ਨੱਕ ਜਾਂ ਅੱਖ ਕਢਵਾ ਲੈਣ, ਮੈਂ 5 ਲੱਖ ਦੇ ਮੈਂ ਚੈਲੰਜ ਕਰਦਾ। ਮੈਂ ਸਤਿ ਸ਼੍ਰੀ ਅਕਾਲ ਜੀ, ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਵਿਨਿਤ ਕਪੂਰ ਔਰ ਕਰਨਾਲ ਦੀਆਂ ਲਗਾਤਾਰ ਜਿਸ ਢੰਗ ਦੇ ਨਾਲ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ, ਅੱਜ ਤੀਜੇ ਦਿਨ ਜਿਸ ਢੰਗ ਦੇ ਨਾਲ ਮੋਰਚਾ ਪਹੁੰਚਦਾ ਹੋਇਆ ਨਜ਼ਰ ਆ ਰਿਹਾ। ਔਰ ਇਸ ਮੋਰਚੇ ਨੂੰ ਮਜ਼ਬੂਤ ਕਰਨ ਵਾਲੇ ਹੱਥ ਜਿਹੜੇ ਨੇ, ਜਿਹੜੇ ਇਸ ਸੰਘਰਸ਼ ਨਾਲ ਡਟ ਕੇ ਜੁੜੇ ਹੋਏ ਨੇ, ਉਹ ਵੀ ਸਾਡੇ ਨਾਲ ਨੇ ਸਿੱਧੇ ਤੌਰ ਤੇ। ਭਾਵੇਂ ਚੋਟਾਂ ਲੱਗੀਆਂ ਹੋਈਆਂ ਨੇ, ਭਾਵੇਂ ਹਜੇ ਟ੍ਰੀਟਮੈਂਟ ਚੱਲ ਰਿਹਾ ਹੈ, ਆਹ ਡ੍ਰਿਪ ਜਿਹੜੀ ਹੈ ਇਸ ਦੀ ਸੂਈ ਹਜੇ ਬਾਂਹ ਤੋਂ ਉਤਰੀ ਨਹੀਂ ਹੈ, ਲੇਕਿਨ ਫਿਰ ਵੀ ਸੰਘਰਸ਼ ਦੇ ਵਿੱਚ ਮੁੰਡਾ ਮੌਜੂਦ ਹੈ। ਹੌਸਲਿਆਂ ਦੀ ਦਾਤ ਦੇਣੀ ਬਣਦੀ ਹੈ ਇਸ ਦੀ ਕਿ ਇਨ ਹੌਸਲਿਆਂ ਦੇ ਨਾਲ ਆ ਸੰਘਰਸ਼ ਨਾਲ ਜੁੜਿਆ। ਔਰ ਆਹੀ ਹੌਸਲੇ ਨੇ ਜਿਹੜੇ ਸੰਘਰਸ਼ ਨੂੰ ਲਗਾਤਾਰ ਮਜ਼ਬੂਤ ਕਰ ਰਹੇ। ਗੁਰਚਰਨ, ਹੌਸਲੇ ਤੁਹਾਡੇ ਹਜੇ ਵੀ ਮਜ਼ਬੂਤ ਨੇ, ਭਾਵੇਂ ਚੋਟਾਂ ਲੱਗੀਆਂ ਹੋਈਆਂ, ਭਾਵੇਂ ਡਾਕਟਰ ਜਿਹੜਾ ਹਰ ਤੀਜੇ ਘੰਟੇ ਆ ਕੇ ਮੈਡੀਕਲ ਚੈੱਕਅਪ ਕਰਦਾ ਹੋਏ, ਭਾਵੇਂ ਡਾਕਟਰ ਕਹਿੰਦਾ ਹੋਏ ਕਿ ਬੈੱਡ ਰੈਸਟ ਕਰ ਲਓ, ਲੇਕਿਨ ਬੈੱਡ ਰੈਸਟ ਮਨਜ਼ੂਰ ਨਹੀਂ ਹੈ, ਸੰਘਰਸ਼ ਮਨਜ਼ੂਰ ਹੈ। ਤੁਹਾਨੂੰ ਪਤਾ ਹੀ ਅਸੀਂ ਵਾਰਸ ਕਿੰਨਾ ਦੇ ਹੈਗਾ। ਸ਼ਹੀਦ ਆਜਮ ਭਗਤ ਸਿੰਘ ਦੇ, ਹਰੀ ਸਿੰਘ ਨਲਵਾ ਦੇ, ਸ਼ੇਰੇ ਪੰਜਾਬ ਮਹਾਰਾਣਾ ਰਣਜੀਤ ਸਿੰਘ ਦੇ ਵਾਰਸ ਹੈਗੇ ਆ। ਐਵੇਂ ਬਹਿਣ ਵਾਲੇ ਨਹੀਂ ਜਿੰਨਾ ਚਿਰ ਸਾਡਾ ਸੰਘਰਸ਼ ਜਾਰੀ ਹੈ। ਬਿਲਕੁਲ ਕੋਈ ਦਵਾਈ ਨਹੀਂ ਖਾਣੀ, ਕੋਈ ਕੁਝ ਨਹੀਂ ਖਾਣਾ, ਆਰਾਮ ਆਉਣਾ ਹੈਗਾ ਆ ਜਾਏਗਾ, ਨਹੀਂ ਆਉਣਾ ਹੈਗਾ ਤੇ ਨਾ ਆਏਗਾ। ਕਿਉਂਕਿ ਡਾਕਟਰਾਂ ਨੇ ਜੋ ਮੇਰੇ ਨਾਲ ਹਰਾਸਮੈਂਟ ਉਹਦੇ ਹਸਪੀਟਲ ਦੇ ਵਿੱਚ ਕੀਤੀ ਕਿ ਉਹ ਦੱਸਣ ਯੋਗ ਨਹੀਂ ਹੈਗੀ, ਕਿਉਂਕਿ ਬਿਨਾਂ ਸੁਣ ਕੀਤੇ ਸਟੀਚਿੰਗ ਕੀਤੀ ਗਈ, ਬਿਨਾਂ ਸੁਣ ਕੀਤੇ ਹੀ ਸਾਰੇ ਕੰਮ ਕੀਤੇ ਗਏ। ਮਤਲਬ ਕਿ ਇੱਕ ਜਿਵੇਂ ਬੋਰੀ ਸੋਈ ਦੀ ਬੋਰੀ ਵਾਲਾ ਕੰਮ ਮੇਰੇ ਨਾਲ ਹੋਇਆ ਹਸਪੀਟਲ ਦੇ ਅੰਦਰ। ਕਿ ਸਰਕਾਰ ਦਾ ਇੰਨਾ ਪ੍ਰੈਸ਼ਰ ਸੀ, ਮੰਨ ਲਿਆ ਕਿ ਗੁੰਡਾਗਰਦੀ ਪ੍ਰਸ਼ਾਸਨ ਨੇ ਵਿਖਾਈ ਸੀ, ਡਾਕਟਰਾਂ ਦੀ ਕਾਹਦੀ ਗੁੰਡਾਗਰਦੀ ਸੀ। ਅਸੀਂ ਮਰੀਜ਼ ਸਾਂ, ਡਾਕਟਰ ਸਾਂ, ਡਾਕਟਰ ਨੂੰ ਐਵੇਂ ਦੀ ਹਰਕਤ ਨਹੀਂ ਸੀ ਕਰਨੀ ਚਾਹੀਦੀ। ਇੱਕ ਨਾਜ਼ੁਕ ਥਾਂ ਦੇ ਉੱਤੇ ਟਾਂਕੇ ਲਾਏ ਹੋਏ ਨੇ, ਬਿਨਾਂ ਸੁਣ ਕੀਤਾ ਮਾਸ ਕੱਟਿਆ, ਬਿਨਾਂ ਸੁਣ ਕੀਤਾ, ਇੱਕ ਇੰਜੈਕਸ਼ਨ ਤੱਕ ਵੀ ਨਹੀਂ ਲਾਇਆ ਹੈਗਾ। ਫਿਰ ਤੜਫਾਉਂਦੇ ਰਹੇ ਨੇ ਸਾਰਾ ਦਿਨ। ਪੇਨ ਕਿਲਰ ਮੇਰਾ ਹਾਫ ਬ੍ਰੇਨ ਸੀ, ਜੋ ਹਾਫ ਬ੍ਰੇਨ ਦੇ ਵਿੱਚ ਪੇਨ ਸੀਗਾ, ਉਤੋਂ ਦਰਦ ਹੁੰਦਾ ਸੀ, ਲੱਤ ਤੱਕ ਜਾਂਦਾ ਸੀ। ਗੱਲ ਕੀਤੀ ਹੈ ਉਹਨਾਂ ਨੇ, ਕੋਈ ਵੀ ਟ੍ਰੀਟਮੈਂਟ, ਕੋਈ ਚੱਜ ਨਾਲ ਟ੍ਰੀਟਮੈਂਟ ਕੀਤਾ। ਮੇਰੀ MLR ਕੱਟੀ ਹੈ, MLR ਦੇ ਵਿੱਚ ਨਾ ਮੇਰੀ ਬਾਜੂ ਦਾ ਜਿਹੜਾ ਮਾਸ ਫਟਿਆ ਨਾ ਉਹ ਵਿਖਾਇਆ, ਮੇਰੇ ਸ਼ੋਲਡਰ ਤੇ ਸੱਟਾਂ ਵੱਜੀਆਂ ਨੇ। ਪਹਿਲੀ ਗੱਲ ਤੇ ਪੂਰੀ ਬੋਡੀ ਤੇ ਹੈ, ਪ੍ਰਾਈਵੇਟ ਪਾਰਟਸ ਦੇ ਉੱਤੇ ਬੂਟ ਮਾਰੇ ਹੋਏ ਨੇ, ਨੀਲ ਪਏ ਨੇ, ਉਹ ਨਹੀਂ ਵਿਖਾਏ। ਲੇਕਿਨ ਗੋਡਿਆਂ ਤੋਂ ਥੱਲੇ ਵਿਖਾਏ ਗਏ ਨੇ ਜਾਂ ਅੱਖ ਦਾ ਵਿਖਾਇਆ ਗਿਆ, ਹੋਰ ਕੁਝ ਨਹੀਂ ਵਿਖਾਇਆ। ਮਤਲਬ ਕਿ ਇੰਨੀ ਗੁੰਡਾਗਰਦੀ ਪ੍ਰਸ਼ਾਸਨ ਦਾ ਇੰਨਾ ਪ੍ਰੈਸ਼ਰ ਸੀ ਕਿ ਡਾਕਟਰਾਂ ਨੇ ਵੀ ਸਹੀ ਨਹੀਂ ਕੀਤਾ। ਜਿੱਥੇ ਕਿ ਕੱਲ ਮੈਂ ਹਸਪੀਟਲ ਚ ਉੱਠ ਕੇ ਚੁੱਪਚਾਪ ਧਰਨੇ ਦੇ ਵਿੱਚ ਆਪਣੇ ਦੇ ਵਿੱਚ ਆ ਗਿਆ। ਅੰਦਰ ਬਾਥਰੂਮ ਜਾਣਾ ਵਾ, 2 ਗਾਰਡ ਨਾਲ ਹੁੰਦੇ ਨੇ, ਬਾਥਰੂਮ ਤੋਂ ਬਾਹਰ ਆਉਣਾ 2 ਗਾਰਡ ਬਾਹਰ ਹੁੰਦੇ ਨੇ। ਇਹ ਕੋਈ ਤਰੀਕਾ ਨਹੀਂ ਹੈਗਾ। ਇਹ ਕੋਈ ਤਰੀਕਾ ਨਹੀਂ ਮਰੀਜ਼ ਨਾਲ ਟਰੀਟ ਕਰਨ ਦਾ। ਤਰੀਕਾ ਹੁੰਦਾ ਵੀ ਜਿਹੜਾ ਮਰੀਜ਼ ਨੂੰ ਸਹੀ ਢੰਗ ਨਾਲ ਟ੍ਰੀਟਮੈਂਟ ਮਿਲ ਰਿਹਾ ਕਿ ਨਹੀਂ ਮਿਲ ਰਿਹਾ। ਪਰ ਇਹ ਤੇ ਸਾਫ਼ ਨਜ਼ਰ ਆ ਰਹੀ ਗੁੰਡਾਗਰਦੀ ਹੈ। ਪੁਲਿਸ ਦਾ ਇਹੋ ਜਿਹਾ ਰੁਖ, ਪ੍ਰਸ਼ਾਸਨ ਦਾ ਇਹੋ ਜਿਹਾ ਰੁਖ, ਜਾਂ ਉਸ ਹਸਪਤਾਲ ਦੇ ਡਾਕਟਰਾਂ ਦੀ ਗੱਲ ਕਰੀਏ, ਉਹਨਾਂ ਦਾ ਇਹੋ ਜਿਹਾ ਰੁਖ ਕਦੇ ਪਹਿਲਾਂ ਵੇਖਿਆ ਸੀ? ਨਹੀਂ, ਪਹਿਲਾਂ ਕਦੇ ਨਹੀਂ ਸੀ ਵੇਖਿਆ ਹੈਗਾ। ਪ੍ਰਸ਼ਾਸਨ ਦਾ ਤਾਂ ਪਹਿਲੇ ਦਿਨੋਂ ਹੀ ਇਦਾਂ ਦਾ ਹੈ। ਨਾਲੇ ਕਰਨਾਲ ਦੇ ਪ੍ਰਸ਼ਾਸਨ ਦਾ ਪਹਿਲਾਂ ਤਾਂ ਨਹੀਂ ਸੀ ਐਵੇਂ ਦਾ ਹੈਗਾ। ਹੁਣ ਪਤਾ ਨਹੀਂ ਇਹਨਾਂ ਨੂੰ ਕੀ ਹੋਇਆ ਕਿ ਇਹਨਾਂ ਨੇ ਇੱਕਦਮ ਇਹੋ ਜਿਹਾ ਰੂਪ ਵਿਖਾਇਆ। ਸ਼ਾਂਤੀਪੂਰਵਕ ਪ੍ਰੋਟੈਸਟ ਚੱਲ ਰਿਹਾ ਸੀ, ਸਾਨੂੰ ਬਿਠਾ ਕੇ ਤੇ ਲਾਠੀ ਚਾਰਜ ਸ਼ੁਰੂ ਕਰ ਦਿੱਤਾ। ਨਿਹੱਥੇ ਕਿਸਾਨਾਂ ਤੇ 250 ਦੇ ਕਰੀਬ ਕਿਸਾਨ ਸਨ, 700 ਦੇ ਕਰੀਬ ਜਿਹੜਾ ਪ੍ਰਸ਼ਾਸਨ ਸੀ ਉਹਨਾਂ ਨੇ ਵੇਖਿਆ ਘੱਟ ਗਿਣਤੀ ਦੇ। ਅਗਰ ਉਹਨਾਂ ਸਾਨੂੰ ਉਠਾਣਾ ਹੀ ਸੀਗਾ, ਉੱਥੋਂ ਉਠਾਣਾ ਸੀਗਾ ਤੇ ਫਾਇਰ ਬ੍ਰਿਗੇਡ ਪਾਣੀ ਵੀ ਮਾਰ ਸਕਦੇ ਸਨ, ਡੀਅਰ ਗੈਸ ਦੇ ਗੋਲੇ ਵੀ ਮਾਰ ਸਕਦੇ। ਲਾਠੀ ਚਾਰਜ ਜ਼ਰੂਰੀ ਨਹੀਂ ਸੀ ਹੈਗਾ, ਲੇਕਿਨ ਉਹਨਾਂ ਲਾਠੀ ਚਾਰਜ ਕਰਨਾ ਹੀ ਬਿਹਤਰ ਸਮਝਿਆ। ਇਹੋ
ਦੂਜੀ ਕੀ ਨੌਬਤ ਆ ਗਈ ਕਿ ਲਾਠੀ ਚਾਰਜ ਹੋਇਆ ਔਰ ਬਾਅਦ ਦੇ ਵਿੱਚ ਕਈ ਉਹਨਾਂ ਨੇ ਕਹਿ ਸਕਦੇ ਆ ਕਿ ਕਈ ਤਰ੍ਹਾਂ ਦੀ ਗੱਲਾਂ ਕੀਤੀਆਂ ਕਿ ਕੋਈ ਕਈ ਲਾ ਕੇ ਮਾਰਨ ਆਊਗਾ ਤੇ ਫਿਰ ਉਸ ਨੂੰ ਹੱਥਾਂ ਨਾਲ ਨਹੀਂ ਨਜਿੱਠਿਆ ਜਾ ਸਕਦਾ, ਡਾਂਗਾ ਮਾਰਨੀਆਂ ਪੈਂਦੀਆਂ, ਇਸ ਤਰ੍ਹਾਂ ਦੀ ਗੱਲਾਂ ਵੀ ਨਿਕਲ ਕੇ ਸਾਹਮਣੇ ਆਈਆਂ ਜੀ। ਇੱਕ ਬਜ਼ੁਰਗ ਹੈਗਾ ਆ, ਉਹਨੂੰ ਭਜਾ ਰਹੇ ਨੇ, ਉਹ ਪੈਲੀ ਦੇ ਵਿੱਚ ਭੱਜ ਰਿਹਾ, ਅਗਰ ਉਹਦੇ ਹੱਥ 'ਚ ਅੱਗੇ ਕਈ ਆ ਗਈ ਤੇ ਉਹਨੇ ਕਈ ਵਾਪਸ ਲੈ ਕੇ ਭੱਜਿਆ ਤੇ ਉਹਦੇ ਵਿੱਚ ਵਾਰ ਕਾਦਾ ਹੋ ਗਿਆ। ਪਹਿਲਾਂ ਤੁਸੀਂ ਵਾਰ ਕੀਤਾ ਤੇ ਅਗਲਾ ਫਿਰ ਤੁਹਾਨੂੰ ਫੁੱਲਾਂ ਦੀਆਂ ਮਾਲਾ ਥੋੜੀ ਪਾਏਗਾ। ਤੁਸੀਂ ਵਰਦੀਆਂ ਪਾਈਆਂ, ਸਰਕਾਰੀ ਵਰਦੀ ਤੇ ਤੁਸੀਂ ਫਾਇਦਾ ਚੁੱਕਦੇ ਪਏ ਹੋ, ਇੱਕ ਤਾਂ ਉੱਤੇ ਲਾਠੀ ਚਾਰਜ ਕਰਦੇ ਪਏ, ਕਦੋਂ ਸਿਰ ਪਾੜ ਦਿੱਤਾ ਤੇ ਫਿਰ ਉਹ ਤੁਹਾਨੂੰ ਉਹ ਕੀ ਕਰੇਗਾ, ਕੀ ਕਰ ਸਕਦਾ? ਤੁਸੀਂ ਮੈਨੂੰ ਦੱਸੋ ਕਿ ਤੁਸੀਂ ਮੈਨੂੰ ਮਾਰਨ ਆਓਗੇ ਤੇ ਮੈਂ ਅੱਗੇ ਭੱਜ ਰਿਹਾ ਵਾਂ ਤੇ ਅੱਗੇ ਮੇਰੇ ਹੱਥ 'ਚ ਕੋਈ ਸ਼ੈ ਨਹੀਂ ਹੈਗੀ, ਅਗਰ ਮੇਰੇ ਹੱਥ ਵਿੱਚ ਕੋਈ ਸ਼ੈ ਹੈਗੀ ਤੇ ਮੈਂ ਤੁਹਾਨੂੰ ਕੀ ਕਰਾਂਗਾ? ਪਿਆਰ ਕਰਾਂਗਾ? ਨਹੀਂ ਕਰਾਂਗਾ। ਮੈਂ ਤਾਂ ਕਹਿੰਦਾ ਮੱਥੇ 'ਚ ਠੋਕਦਾ ਸਿੱਧੀ ਰੱਖ ਕੇ, ਅਸੀਂ ਤੇ ਨਿਹੱਥੇ ਸਾਂ। ਉਹਨਾਂ ਤੇ ਇਹਨਾਂ ਨਹੀਂ ਸ਼ਰਮ ਕੀਤੀ ਹੈਗੀ। ਬਜ਼ੁਰਗਾਂ ਦੀਆਂ ਖੰਡਕੇ ਬੰਦੇ ਸਨ, ਜਿਹੜਾ ਪਹਿਨਾਵਾ ਹੈਗਾ ਆ ਹਰਿਆਣੇ ਦਾ ਪਹਿਨਾਵਾ ਆ, ਉਹਦਾ ਖੰਡਕੇ ਧੋਤੀਆਂ ਜਿਹੜੀਆਂ ਹਨ ਇਹਨਾਂ ਖਿੱਚ ਕੇ ਲਾਈਆਂ ਨੇ। ਜਦੋਂ ਮੈਂ ਉਹਨਾਂ ਦੀ ਲੱਤਾਂ ਦੇ ਵਿੱਚ ਡਿੱਗਿਆ ਵਾਂ, ਇਹ ਮੈਨੂੰ ਖਿੱਚਦੇ ਨੇ, ਮੈਂ ਨਹੀਂ ਉੱਠਿਆ ਹੈਗਾ। ਉਦੋਂ ਫਿਰ ਸਾਈਡ 'ਚ ਹੋ ਕੇ ਇਹਨਾਂ ਨੇ ਮੇਰੀ ਅੱਖ ਦੇ ਉੱਤੇ ਵਾਰ ਕੀਤਾ ਹੈ, ਜਿੱਥੇ ਮੈਂ ਬੇਹੋਸ਼ ਹੋ ਗਿਆ ਹਾਂ। ਹੌਸਲੇ ਹੋਰ ਮਜ਼ਬੂਤ ਹੋ ਗਏ ਨਾ, ਹੌਸਲੇ ਤੇ ਹੋਰ ਜ਼ਿਆਦਾ ਮਜ਼ਬੂਤ ਹੋ ਗਏ ਨੇ। ਹੁਣ ਤੇ ਹਟਾ ਹੀ ਨਹੀਂ ਸਕਦੇ ਹੈਗੇ, ਹੁਣ ਤੇ ਸਗੋਂ ਸਾਨੂੰ ਆਪਣੇ ਸ਼ਹੀਦਾਂ ਦੀ ਯਾਦ ਆਉਂਦੀ ਹੈ। ਹੁਣ ਪਿੱਛੇ ਤੇ ਅਸੀਂ ਹਟਣ ਵਾਲੇ ਨਹੀਂ, ਚਾਹੇ ਮੈਂ ਹਸਪੀਟਲ ਚੋਂ ਕੱਲ ਬਗੈਰ ਛੁੱਟੀ ਲੈ ਆ ਗਿਆ, ਪਰ ਮੈਂ ਪਿੱਛੇ ਜਾਣ ਵਾਲਾ ਨਹੀਂ ਜਿੰਨਾ ਚਿਰ ਇਸ ਅੰਦੋਲਨ ਨੂੰ ਫਤਿਹ ਨਹੀਂ ਹੁੰਦਾ ਹੈਗਾ। ਯਾਨੀ ਸਿੱਧੇ ਤੌਰ ਤੇ ਜਿਹੜਾ ਕਹਿੰਦਾ ਇੱਕ ਡਰ ਹੁੰਦਾ ਮੱਦੇ ਦੇ ਵਿੱਚ ਵੀ ਪੁਲਿਸ ਦੀ ਕਾਰਵਾਈ ਕਿਦਾਂ ਦੀ ਹੋਏਗੀ, ਉਹ ਡਰ ਵੀ ਨਿਕਲ ਗਿਆ। ਬਿਲਕੁਲ, ਮੈਂ ਪ੍ਰਸ਼ਾਸਨ ਨੂੰ ਕੋਈ ਬਿਆਨ ਨਹੀਂ ਦਿੱਤਾ ਹੈਗਾ, ਕੋਈ ਕਾਰਵਾਈ ਨਹੀਂ। ਜਿਹੜੀ ਪ੍ਰਸ਼ਾਸਨ ਨੇ ਕਾਰਵਾਈ ਕਰਨੀ ਹੈ ਕਰੇ। ਡਾਕਟਰਾਂ ਨੂੰ ਮੈਂ ਕੋਈ ਸਿਗਨੇਚਰ ਨਹੀਂ ਕੀਤੀ ਹੈਗੀ, ਪਰ ਤੁਸੀਂ ਹਸਪੀਟਲ ਜਾ ਕੇ ਵੇਖ ਸਕਦੇ ਹੋ। ਪ੍ਰਸ਼ਾਸਨ ਨੂੰ ਮੈਂ ਕੋਈ ਸਿਗਨੇਚਰ ਨਹੀਂ ਕੀਤੀ। ਜਿੰਨਾ ਚਿਰ ਸਾਡੇ ਉੱਤੋਂ ਕੋਈ ਕਿਸਾਨ ਸੰਯੁਕਤ ਮੋਰਚੇ ਦਾ ਜਾਂ ਸਾਡੀ ਜਿਹੜੀ ਹਾਈ ਕੋਰਟ 'ਚ ਅਪੀਲ ਪਈ ਹੈ ਉਹਦਾ ਕੋਈ ਜਵਾਬ ਨਹੀਂ ਆਉਂਦਾ, ਉਹਨਾਂ ਚਿਰ ਮੈਂ ਕੋਈ ਜਵਾਬ ਨਹੀਂ ਦੇਵਾਂਗਾ, ਕਿਉਂਕਿ ਸਾਨੂੰ ਸੱਟਾਂ ਵੱਜੀਆਂ ਹੋਈਆਂ ਨੇ। ਇਹ ਮੁਆਵਜ਼ੇ ਦੀ ਗੱਲ ਕਰਦੇ ਨੇ, ਅਸੀਂ 2 ਲੱਖ ਮੁਆਵਜ਼ਾ ਦਾਂਗੇ। ਮੇਰੇ ਤੋਂ 10 ਡਾਂਗਾ ਖਾ ਲੈ, ਮੈਂ 5 ਲੱਖ ਦੇਣ ਨੂੰ ਤਿਆਰ ਹਾਂ। ਖਾ ਲੈਣਗੇ, ਆਪਣੀ ਨੱਕ ਜਾਂ ਅੱਖ ਕਢਵਾ ਲੈਣ, ਮੈਂ 5 ਲੱਖ ਦੇ ਮੈਂ ਚੈਲੰਜ ਕਰਦਾ ਮੈਂ ਇਸ ਵੀਡੀਓ ਥਰੂ ਇਸ ਪ੍ਰਸ਼ਾਸਨ ਨੂੰ, ਇਸ ਡੀਸੀ ਨੂੰ, ਇਸ ਓਸੀਨਾ ਨੂੰ ਵੀ ਕਰਨਾ ਵਾ ਕਿ ਤੂੰ ਮੇਰੇ ਤੋਂ ਖਾ ਲੈ 4 ਡਾਂਗਾ ਲੈ, ਮੈਂ ਤੈਨੂੰ 5 ਲੱਖ ਰੁਪਇਆ ਦਾਂਗਾ, 2 ਹੋਰ ਦੇ ਦਾਂਗਾ, 7 ਕਰ ਦੇਣਾ ਵਾ। ਹੋਰ ਦੱਸੋ? ਲੇਕਿਨ ਇਹ ਕੋਈ ਰਵੱਈਆ ਨਹੀਂ ਹੈਗਾ। ਤੁਸੀਂ ਨਿਹੱਤਿਆਂ ਨੂੰ ਆਰਾਮ ਨਾਲ ਬਿਠਾ ਕੇ ਤੇ ਤੁਸੀਂ ਸਿਰ ਤੇ ਵਾਰ ਕੀਤਾ। ਤੁਸੀਂ ਆਮਣੋ ਸਾਹਮਣੇ ਆਓ, ਫਿਰ ਤੁਹਾਨੂੰ ਪਤਾ ਲੱਗੇ। ਕੱਲ ਕਿਉਂ ਨਹੀਂ ਲਾਠੀ ਚਾਰਜ ਕੀਤਾ? ਜਦੋਂ ਕਿਸਾਨਾਂ ਦੀ ਤਾਦਾਦ ਜ਼ਿਆਦਾ ਸੀ, ਹੁਣ ਕਿਉਂ ਨਹੀਂ ਕੀਤਾ? ਹੁਣ ਕਰਕੇ ਵਿਖਾਉਂਦੇ। ਕਿਹੜੀ ਬਟਾਲੀਅਨ ਨਹੀਂ ਸੀ ਜਿਹੜੀ ਇਹਨਾਂ ਨੇ ਸੱਦੀ ਨਹੀਂ ਸੀ ਹੋਈ ਹੈ। ਬਾਕੀ ਇਹਨਾਂ ਦਾ ਰਵੱਈਆ ਜਿਹੜਾ ਸੀ ਇਹਨਾਂ ਨੂੰ ਮਹਿੰਗਾ ਪੈਗਾ ਤੇ ਅਸੀਂ ਕੱਲੀ ਲਾਠੀ ਦਾ ਜਵਾਬ ਇਹਨਾਂ ਤੋਂ ਲੈ ਕੇ ਦੇਵਾਂਗੇ। ਬਿਲਕੁਲ ਕੱਲੀ ਲਾਠੀ ਦਾ ਜਵਾਬ। ਲੇਕਿਨ ਕਈ ਗੇੜ ਦੀ ਬੈਠਕਾਂ ਹੋ ਚੁੱਕੀਆਂ ਨੇ, ਪ੍ਰਸ਼ਾਸਨ ਦੇ ਨਾਲ ਮੰਨਣ ਲਈ ਤਿਆਰ ਨਹੀਂ, ਆਪਣੇ ਅਫਸਰ ਦੇ ਖਿਲਾਫ ਕਾਰਵਾਈ ਕਰਨ ਲਈ ਹਜੇ ਵੀ ਪ੍ਰਸ਼ਾਸਨ ਤਿਆਰ ਨਹੀਂ। ਫਿਰ ਸੈਕਿੰਡ ਸਿੰਘੂ ਬਾਰਡਰ ਬਣ ਗਿਆ। ਜੇ ਨਹੀਂ ਪ੍ਰਸ਼ਾਸਨ ਦੇ ਖਿਲਾਫ ਨਹੀਂ ਕਰਨਗੇ ਕਾਰਵਾਈ ਤਾਂ ਸੈਕਿੰਡ ਸਿੰਘੂ ਬਾਰਡਰ ਬਣ ਗਿਆ। ਅਸੀਂ ਇਹ ਸਿੰਘੂ ਬਾਰਡਰ ਵਾਂਗੂ ਇੱਥੇ ਵੀ ਧਰਨਾ ਲਾ ਕੇ ਬੈਠੇ ਹਾਂ, ਸਾਡਾ ਉੱਥੇ ਤਾਂ ਜਾਰੀ ਹੈਗਾ ਹੀ ਹੈ, ਪਰ ਇੱਥੋਂ ਵੀ ਅਸੀਂ ਪਿੱਛੇ ਨਹੀਂ ਹਟਾਂਗੇ। ਇਸ ਤਰ੍ਹਾਂ ਘਰਾਓ ਰਹੇਗਾ। ਕਿਸਾਨ ਸੰਯੁਕਤ ਮੋਰਚੇ ਦਾ ਐਲਾਨ ਹੈਗਾ ਕਿ ਇਹ ਸਚਿਵਾਲਿਆ ਦਾ ਘਰਾਓ ਇਸ ਤਰ੍ਹਾਂ ਹੀ ਹਮੇਸ਼ਾ ਰਹੇਗਾ, ਇਹ ਚਾਹੇ ਜੋ ਮਰਜ਼ੀ ਕਰ ਲੈਣ। ਹਰਿਆਣਾ ਦੀ ਖਾਸ ਕਰਕੇ ਗੱਲ ਕਰੀਏ, ਇੱਥੇ ਕਈ ਵਾਰ ਕਿਸਾਨਾਂ ਦੇ ਉੱਪਰ ਤਸ਼ੱਦਦ ਢਾਈ ਗਈ ਹੈ। ਕਈ ਵਾਰ ਚਾਹੇ ਸ਼ਾਹਬਾਦ ਦੀ ਗੱਲ ਕਰੀਏ, ਚਾਹੇ ਕੁਰੂਕਸ਼ੇਤਰ ਦੀ ਗੱਲ ਕਰੀਏ, ਚਾਹੇ ਹੁਣ ਬਸਤਾੜੇ ਦੀ ਗੱਲ ਕਰੀਏ, ਇਸ ਤੋਂ ਪਹਿਲਾਂ ਕਰਨਾਲ ਦੀ ਗੱਲ ਕਰੀਏ, ਇਸ ਤੋਂ ਪਹਿਲਾਂ ਪਾਣੀਪਤ ਦੀ ਗੱਲ ਕਰੀਏ, ਸਿਰਸੇ ਦੀ ਗੱਲ ਕਰੀਏ, ਟੋਹਾਣੇ ਦੀ ਗੱਲ ਕਰੀਏ, ਕਈ ਥਾਵਾਂ ਤੇ ਇਸੇ ਤਰ੍ਹਾਂ ਦੀ ਤਸ਼ੱਦਦ ਜਿਹੜੀ ਹੈ ਹਰਿਆਣਾ ਸਰਕਾਰ, ਹਰਿਆਣਾ ਪੁਲਿਸ ਢਾਂਦੀ ਹੋਈ ਨਜ਼ਰ ਆਈ ਹੈ। ਮਨਸ਼ਾ ਕੀ ਹੈ ਕਿ ਟਕਰਾਓ ਚਾਹੁੰਦੀ ਹੈ ਹਰਿਆਣਾ ਸਰਕਾਰ? ਲੱਗਦਾ ਹਰਿਆਣਾ ਸਰਕਾਰ ਟਕਰਾਓ ਚਾਹੁੰਦੀ ਹੈ, ਪਰ ਮੌਕਾ ਭਾਲ ਜਾਂਦੀ ਆ। ਅਗਰ ਸਰਕਾਰ ਨੇ ਟਕਰਾਓ ਕਰਨਾ ਸਿੱਧਾ ਕਰ ਲਿਆ, ਆਰ ਪਾਰ ਦੀ ਕਰ ਲਿਆ, ਅਸੀਂ ਕਿਹੜਾ ਪਿੱਛੇ ਹਟਦੇ ਆ? ਪਿੱਛੇ ਤੇ ਨਹੀਂ ਹਟਦੇ। ਹਿਸਾਰ ਦੇ ਵਿੱਚ, ਟੋਹਾਣੇ ਦੇ ਵਿੱਚ ਹੋਇਆ, ਕਿਸਾਨ ਜਿੱਤਿਆ। ਹਿਸਾਰ ਦੇ ਵਿੱਚ ਹੋਇਆ, ਕਿਸਾਨ ਜਿੱਤਿਆ। ਪਿਪਲੀ ਦੇ ਵਿੱਚ ਹੋਇਆ, ਇਹਨਾਂ ਲਾਠੀ ਚਾਰਜ ਕੀਤਾ, ਕਿਸਾਨ ਜਿੱਤਿਆ। ਇੱਥੋਂ ਵੀ ਅਸੀਂ ਜਿੱਤ ਕੇ ਜਾਵਾਂਗੇ। ਜੇ ਸਰਕਾਰ ਨੇ ਕਰਨਾ ਸਿੱਧਾ ਲਾਠੀ ਚਾਰਜ, ਗੋਲੀ ਦੇ ਆਦੇਸ਼ ਦੇ, ਕਿਉਂ ਡਰਦੀ ਕਿਉਂ ਹੈ? ਜੇ ਉਹ ਆਪਣਾ ਤਾਲੀਬਾਨੀ ਰੂਪ ਧਾਰ ਚੁੱਕੇ ਨੇ, ਘੱਟ ਅਸੀਂ ਵੀ ਨਹੀਂ। ਜੇ ਉਹ ਜਨਰਲ ਡਾਇਰ ਬਣ ਜਾਣਗੇ ਨਾ ਤੇ ਅਸੀਂ ਵੀ ਜਲਿਆਂਵਾਲਾ ਬਾਗ ਬਣ ਜਾਵਾਂਗੇ, ਅਸੀਂ ਵੀ ਪਿੱਛੇ ਨਹੀਂ ਹੈਗੇ। ਇਹ ਸਰਕਾਰ ਨੂੰ ਸਿੱਧੀ ਚੇਤਾਵਨੀ ਹੈ। ਖੱਟਰ ਨੂੰ, ਮੈਂ ਸੈਕਟਰ 6 ਦਾ ਹੀ ਰਹਿਣ ਵਾਲਾ, ਕਰਨਾਲ ਦੇ, ਜਿਵੇਂ ਦਾ ਹੈਲੀਕਾਪਟਰ ਨਹੀਂ ਸੀ ਉਤਰ ਦਿੱਤਾ, ਐਵੇਂ ਇਹਦੀ ਕੋਈ ਮੀਟਿੰਗ ਨਹੀਂ ਹੋਣ ਦੇਣੀ ਕਰਨਾਲ ਦੇ ਵਿੱਚ। ਦੇਖੋ ਵੱਡੀ ਇੱਥੇ ਗੱਲ ਕੀਤੀ ਹੈ ਔਰ ਸਿੱਧੇ ਤੌਰ ਤੇ ਇਹ ਵੀ ਕਹਿ ਦਿੱਤਾ ਹੈ ਕਿ ਜੇਕਰ ਸਾਨੂੰ ਇੰਨੀਆਂ ਡਾਂਗਾ ਮਾਰਨ ਤੋਂ ਬਾਅਦ 2 ਲੱਖ ਮੁਆਵਜ਼ਾ ਦੇਣ ਦੀ ਗੱਲ ਕਰਦੇ ਨੇ ਤੇ ਫਿਰ ਸਾਡੇ ਤੋਂ ਡਾਂਗਾ ਖਾ ਲੈਣ, ਅਸੀਂ ਤੁਹਾਨੂੰ 5 ਤੋਂ 7 ਲੱਖ ਰੁਪਏ ਮੁਆਵਜ਼ਾ ਦੇ ਦੇਂਗੇ। ਆ ਉਹ ਮੁੰਡਾ ਜਿਸ ਨੂੰ ਡਾਂਗਾ ਪਈਆਂ ਸੀ, ਜਿਹਨੂੰ ਸੱਟਾਂ ਲੱਗੀਆਂ ਨੇ, ਹਸਪਤਾਲ ਤੋਂ ਮੋਰਚੇ ਦੇ ਵਿੱਚ ਸ਼ਾਮਲ ਹੋ ਚੁੱਕਿਆ, ਛੁੱਟੀ ਲੈ ਕੇ ਨਹੀਂ ਆਇਆ, ਸਿੱਧਾ ਮੋਰਚੇ ਦਾ ਹਿੱਸਾ ਬਣ ਗਿਆ ਔਰ ਕਹਿ ਰਿਹਾ ਕਿ ਜਦ ਤੱਕ ਸਾਹ ਚੱਲ ਰਹੇ ਨੇ, ਜਦ ਤੱਕ ਰਗਾਂ ਦੇ ਵਿੱਚ ਖੂਨ ਹੈ, ਤਦ ਤੱਕ ਇਸ ਮੋਰਚੇ ਦਾ ਹਿੱਸਾ ਬਣਾ ਰਵਾਂਗਾ। ਕੋਈ ਦਵਾਈ ਦਾਰੂ ਲੈਣ ਦੀ ਮੈਨੂੰ ਲੋੜ ਕੋਈ ਨਹੀਂ। ਔਰ ਸਿੱਧੇ ਤੌਰ ਤੇ ਪ੍ਰਸ਼ਾਸਨ ਨੂੰ ਇੱਥੇ ਚੇਤਾਵਨੀ ਵੀ ਦਿੱਤੀ ਹੈ। ਵੇਖਣ ਵਾਲੀ ਗੱਲ ਰਹੇਗੀ ਕਿ ਇਸ ਤਰ੍ਹਾਂ ਦੇ ਹੌਸਲਿਆਂ ਨੂੰ ਲੈ ਕੇ ਕਦੋਂ ਪ੍ਰਸ਼ਾਸਨ ਜਿਹੜਾ ਉਹ ਇਨ ਕਿਸਾਨਾਂ ਦੀ ਮੰਗਾਂ ਨੂੰ ਲੈ ਕੇ ਸੰਜੀਦਾ ਹੋ ਪੈਂਦਾ ਹੈ ਔਰ ਕੋਈ ਵੱਡਾ ਫੈਸਲਾ ਲੈਣ ਲਈ ਤਿਆਰ ਹੋਊਗਾ। ਕੈਮਰਾਮੈਨ ਆਨੰਦ ਦੇ ਨਾਲ ਵਿਨੀਤ ਕਪੂਰ, ਡੇਲੀ ਪੋਸਟ ਪੰਜਾਬੀ, ਕਰਨਾਲ।